हेलो स्टूडेंट्स, ਅਸੀਂ ਅੱਜ ਆਪਣਾ ਲੈਸਨ 6 ਮੋਲੀਕੂਲਰ ਬੇਸਿਸ ਆਫ ਇਨਹੈਰੀਟੈਂਸ ਸਟਾਰਟ ਕਰਨ ਜਾ ਰਹੇ ਹਾਂ। ਸੋ ਸਟੂਡੈਂਟਸ ਅਸੀਂ 5th ਚੈਪਟਰ ਜਿਹੜਾ ਸੀਗਾ ਇਨਹੈਰੀਟੈਂਸ ਪ੍ਰਿੰਸੀਪਲਸ ਆਫ ਇਨਹੈਰੀਟੈਂਸ ਐਂਡ ਵੇਰੀਏਸ਼ਨ ਉਹਦੇ ਵਿੱਚ ਵੀ ਅਸੀਂ ਡਿਸਕਸ ਕੀਤਾ ਸੀਗਾ ਕਿ ਹਰ ਇੱਕ ਲਿਵਿੰਗ ਆਰਗੈਨਿਜ਼ਮ ਜਿਹੜਾ ਹੈਗਾ ਇਟ ਇਜ਼ ਮੇਡ ਅਪ ਆਫ ਸੈਲਸ ਔਰ ਸੈਲਸ ਜਿਹੜੇ ਹੈਗੇ ਉਹਨਾਂ ਦੇ ਵਿੱਚ ਨਿਊਕਲੀਅਸ ਪ੍ਰੈਜ਼ੈਂਟ ਹੈਗਾ। ਨਿਊਕਲੀਅਸ ਦੇ ਵਿੱਚ ਕੀ ਪ੍ਰੈਜ਼ੈਂਟ ਹੈਗੇ ਕ੍ਰੋਮੋਸੋਮਸ। क्रोमोसोम्स ਜਿਹੜੇ ਹੈਗੇ ਆ ਕਲਰਡ ਬੋਡੀਜ਼ ਆ ਜਦੋਂ ਸਟੇਨਿੰਗ ਕਰਦੇ ਆ ਤੇ ਉਹਨਾਂ ਤੇ ਕਲਰ ਜਿਹੜਾ ਹੈਗਾ ਉਹ ਆ ਜਾਂਦਾ ਆ। ਸੋ ਕ੍ਰੋਮੋਸੋਮਸ ਜਿਹੜੇ ਆ ਉਹਨਾਂ ਦੇ ਵਿੱਚ ਅਸੀਂ ਥੋੜਾ ਜਿਹਾ ਡਿਸਕਸ ਕੀਤਾ ਸੀਗਾ ਕਿ ਡੀਐਨਏ ਪ੍ਰੈਜ਼ੈਂਟ ਹੁੰਦਾ ਆ ਐਂਡ ਡੀਐਨਏ ਦੇ ਉੱਤੇ ਜਿਹੜੀਆਂ ਜੀਨਸ ਹੈ ਪ੍ਰੈਜ਼ੈਂਟ ਹੈਗੀਆਂ। ਸੋ ਕ੍ਰੋਮੋਸੋਮਸ ਕੀ ਹੈਗੇ ਆ ਦੇ ਆਰ ਦਾ ਕੈਰੀਅਰ ਆਫ ਜੈਨੇਟਿਕ ਇਨਫੋਰਮੇਸ਼ਨ ਫਰੋਮ ਵਨ ਜਨਰੇਸ਼ਨ ਟੂ ਦਾ ਨੈਕਸਟ ਜਨਰੇਸ਼ਨ ਐਂਡ ਕ੍ਰੋਮੋਸੋਮਸ ਕੀ ਆ ਦੇ ਆਰ ਪ੍ਰੈਜ਼ੈਂਟ ਇਨ ਦ ਸੈਲਸ ਐਂਡ ਕ੍ਰੋਮੋਸੋਮਸ ਜਿਹੜੇ ਆ ਦੇ ਆਰ ਮੇਡ ਅਪ ਆਫ ਪ੍ਰੋਟੀਨਸ ਐਂਡ न्यूक्लियक एसिड्स। सो स्टूडेंट्स ਅਸੀਂ डिस्कस ਕਰਨ ਜਾ ਰਹੇ ਹਾਂ ਆਪਣਾ ਟੌਪਿਕ ਸਟਰਕਚਰ ਆਫ ਡੀਐਨਏ ਬਾਰੇ ਡਿਸਕਸ ਕਰਾਂਗੇ। ਸੋ ਸਟੂਡੈਂਟਸ ਜਿਹੜੇ ਕ੍ਰੋਮੋਸੋਮਸ ਹੈ ਉਹਨਾਂ ਦੇ ਵਿੱਚ ਡੀਐਨਏ ਪ੍ਰੈਜ਼ੈਂਟ ਹੈ ਐਂਡ ਡੀਐਨਏ ਦੇ ਜਿਹੜੀਆਂ ਹੈਗੇ ਉਹਨਾਂ ਵਿੱਚ ਜੀਨਸ ਹੈ। ਜੀਨਸ ਕੀ ਆ ਦੇ ਆਰ ਦਾ ਹੈਰੀਡਿਟਰੀ ਯੂਨਿਟ। ਤੇ ਜਿਹੜਾ ਮੈਂਡਲ ਸੀਗਾ ਉਹਨੇ ਫੈਕਟਰਸ ਟਰਮ ਯੂਜ਼ ਕੀਤੀ ਸੀਗੀ ਜਿਹਨੂੰ ਅੱਜ ਕੱਲ ਕੀ ਕਿਹਾ ਜਾਂਦਾ ਹੈ ਜੀਨ ਕਿਹਾ ਜਾਂਦਾ ਹੈ ਐਂਡ ਜੀਨ ਟਰਮ ਵਾਸ ਕੁਆਇਨਡ ਬਾਈ ਜੌਨਸਨ ਇਨ 1909। स्टूडेंट्स ये तुसी अपनी कॉपीज दे विच नोट डाउन कर लो। जॉनसन ने इन 1909 दे विच केड़ी टर्म दित्ती जीन टर्म। जीन टर्म इज क्वाइंड बाय जॉनसन इन 1909 क्योंकि मेंडल जिहड़ा सीगा उन्हें जदों अपने एक्सपेरिमेंट्स कीते सीगे तां उन्हां ने फैक्टर्स जिहड़ी टर्म है वो यूज कीती सीगी ते जीन टर्म जिहड़ी सीगी वो किने दित्ती सी जॉनसन ने इन 1909। सो स्टूडेंट्स क्रोमोसोम्स ਜਿਹੜੇ ਕੀ ਹੈ ਉਹ ਕਿਸ ਚੀਜ਼ ਦੇ ਬਣੇ ਹੋਏ ਆ ਦੇ ਆਰ ਮੇਡ ਅਪ ਆਫ ਪ੍ਰੋਟੀਨਸ ਐਂਡ ਨਿਊਕਲੀਅਕ ਐਸਿਡਸ। ਹੁਣ ਅਸੀਂ ਨਿਊਕਲੀਅਕ ਐਸਿਡਸ ਜਿਹੜੇ ਹੈਗੇ ਆ ਉਹਦੇ ਬਾਰੇ ਡਿਸਕਸ ਕਰਾਂਗੇ ਕਿ ਨਿਊਕਲੀਅਕ ਐਸਿਡਸ ਜਿਹੜੇ ਹੈਗੇ ਆ ਪ੍ਰੈਜ਼ੈਂਟ ਇਨ ਦਾ ਕ੍ਰੋਮੋਸੋਮ। ਨਿਊਕਲੀਅਕ ਐਸਿਡ ਜਿਹੜਾ ਸੀਗਾ ਇਟ ਵਾਸ ਫਰਸਟ ਰਿਪੋਰਟਡ ਬਾਈ ਫਰਾਈਡਰਿਚ। ਸਟੂਡੈਂਟਸ ਨੋਟ ਡਾਊਨ ਇਨ ਯੋਰ ਕਾਪੀਜ਼ ਫਰਾਈਡਰਿਚ ਮਿਸਟਰ ਸਾਇੰਟਿਸਟ ਜਿਹੜਾ ਸੀਗਾ ਉਹਨੇ ਸਭ ਤੋਂ ਪਹਿਲਾਂ ਨਿਊਕਲੀਅਕ ਐਸਿਡਸ ਇਨ 1869 ਦੇ ਵਿੱਚ ਉਹਨੇ ਰਿਪੋਰਟਡ ਕੀਤੇ ਫਰੋਮ ਦਾ ਨਿਊਕਲੀਆਈ ਆਫ ਦਾ ਪਸ ਸੈਲਸ ਦੇ ਨਿਊਕਲੀਅਸ ਦੇ ਵਿੱਚ ਉਹਨੇ ਸਭ ਤੋਂ ਪਹਿਲਾਂ ਫਰਾਈਡਰਿਚ ਮਿਸਟਰ ਨੇ ਨਿਊਕਲੀਅਕ ਐਸਿਡ ਰਿਪੋਰਟ ਕੀਤੇ। ਤੇ ਸਟੂਡੈਂਟਸ ਜਿਹੜੇ ਪਸ ਸੈਲਸ ਕੀ ਹੁੰਦੇ ਹੈਗੇ ਆ ਪਸ ਸੈਲਸ ਆਰ ਦਾ ਕਲੈਕਸ਼ਨ ਆਫ ਡੈਡ ਵਾਈਟ ਬਲੱਡ ਸੈਲਸ। ਡੈਡ ਵਾਈਟ ਬਲੱਡ ਸੈਲਸ ਦੀ ਕਲੈਕਸ਼ਨ ਜਿਹੜੀ ਆ ਦੈਟ ਇਜ਼ ਨੋਨ ਐਜ਼ ਪਸ ਸੈਲਸ। और फ्राइडरिच मिस्टर ने सब तो पहला 1869 ਦੇ ਵਿੱਚ ਨਿਊਕਲੀਅਕ ਐਸਿਡਸ ਰਿਪੋਰਟ ਕੀਤੇ ਇਨ ਦਾ ਨਿਊਕਲੀਆਈ ਆਫ ਦਾ ਪਸ ਸੈਲਸ ਔਰ ਉਹਨੇ ਉਹਨਾਂ ਨੂੰ ਜਿਹੜੇ ਸੀਗੇ ਉਹਨਾਂ ਦੇ ਕਿਹੜੀ ਟਰਮ ਯੂਜ਼ ਕੀਤੀ ਨਿਊਕਲੀਅਨ ਟਰਮ। ਸੋ ਸਟੂਡੈਂਟਸ ਨਿਊਕਲੀਅਕ ਐਸਿਡਸ ਜਿਹੜੇ ਹੈਗੇ ਆ ਦੇ ਆਰ ਆਫ ਟੂ ਟਾਈਪਸ ਦੋ ਤਰ੍ਹਾਂ ਦੇ ਹੁੰਦੇ ਆ ਕਿਹੜੇ ਡੀਐਨਏ ਐਂਡ ਆਰਐਨਏ। स्टूडेंट्स फुल फॉर्म डीएनए दी की है डीऑक्सी राइबोस न्यूक्लियक एसिड। डीऑक्सी राइबो न्यूक्लियक एसिड एंड आरएनए की फुल फॉर्म की है राइबो न्यूक्लियक एसिड। DNA deoxyribonucleic acid and RNA is ribonucleic acid। So students ਅਸੀਂ ਪਹਿਲਾਂ DNA ਜਿਹੜਾ ਹੈਗਾ ਆ ਉਹਦੇ ਬਾਰੇ ਸਟੱਡੀ ਕਰਾਂਗੇ। DNA ਜਿਹੜਾ ਹੈਗਾ it is the master molecule of every cell। Students ਤੁਸੀਂ ਇਹ ਵੀ ਨੋਟ ਡਾਊਨ ਕਰ ਲਓ ਕਿ DNA ਜਿਹੜਾ ਹੈਗਾ ਆ ਅਸੀਂ ਪਹਿਲਾਂ DNA ਬਾਰੇ ਸਟੱਡੀ ਕਰਦੇ ਹਾਂ। DNA ਜਿਹੜਾ ਹੈਗਾ it is known as the master molecule of every cell। DNA it is known as the master molecule of every cell। क्यों कहते हैं master molecule of every cell? Because it contains the vital information that gets passed on to each successive generation। क्योंकि जेड़ा DNA हैगा या ਉਹਦੇ ਵਿੱਚ important ਜਿਹੜੀ ਹੁੰਦੀ ਇਨਫੋਰਮੇਸ਼ਨ ਹੁੰਦੀ ਹੈ ਜਿਹੜਾ ਉਹ ਅੱਗੇ ਜਨਰੇਸ਼ਨਸ ਦੇ ਵਿੱਚ ਪਾਸ ਔਨ ਕਰਦਾ ਹੈਗਾ ਆ। And DNA coordinates the making of itself as well as other molecules
ਕਿਹੜੇ ਮੋਲੀਕਿਊਲਸ ਹੋਰ ਬਣਾਉਂਦਾ, ਪ੍ਰੋਟੀਨਸ। ਸੋ ਸਟੂਡੈਂਟਸ ਇਹਦੇ ਬਾਰੇ ਵੀ ਅਸੀਂ ਡਿਸਕਸ ਕਰਾਂਗੇ ਕਿ ਡੀਐਨਏ ਜਿਹੜਾ ਹੈ ਉਹ ਆਪਣੀਆਂ ਕਾਪੀਜ਼ ਕਿਵੇਂ ਬਣਾਉਂਦਾ ਹੈ, ਉਹ ਰੈਪਲੀਕੇਸ਼ਨ ਪ੍ਰੋਸੈਸ ਦੇ ਨਾਲ ਬਣਾਉਂਦਾ ਹੈਗਾ ਆ। ਫਿਰ ਉਸ ਤੋਂ ਬਾਅਦ ਅਸੀਂ ਟ੍ਰਾਂਸਕ੍ਰਿਪਸ਼ਨ ਪ੍ਰੋਸੈਸ ਕਰਾਂਗੇ ਜਿਹਦੇ ਵਿੱਚ ਡੀਐਨਏ ਤੋਂ ਆਰਐਨਏ ਬਣਦਾ ਹੈਗਾ ਆ, ਐਂਡ ਦੈਨ ਟ੍ਰਾਂਸਲੇਸ਼ਨ ਪ੍ਰੋਸੈਸ ਵੀ ਡਿਸਕਸ ਕਰਾਂਗੇ, ਆਰਐਨਏ ਤੋਂ ਅੱਗੇ ਪ੍ਰੋਟੀਨਸ ਬਣਦੇ ਆ। ਸੋ DNA is the master molecule of every cell क्योंकि it contains the vital information that gets passed on to each successive generation and it coordinates the making of itself as well as of other molecules ਕਿਹੜੇ proteins। so ਉਸ ਤੋਂ ਬਾਅਦ ਸਟੂਡੈਂਟ ਜਿਹੜਾ DNA ਹੈਗਾ ਆ ਉਹਨੂੰ blueprint of life ਵੀ ਕਹਿੰਦੇ ਆ। ਕਿਉਂ ਕਹਿੰਦੇ ਆ? why DNA is known as blueprint of life? Because it contains the instructions needed for an organism to grow, develop, survive and reproduce। क्योंकि DNA ਦੇ ਵਿੱਚ ਉਹ instructions ਹੈਗੀਆਂ ਜਿਹੜੀਆਂ organism ਨੂੰ grow ਕਰਨ ਲਈ, reproduce ਕਰਨ ਲਈ, develop ਕਰਨ ਲਈ ਤੇ survive ਕਰਨ ਦੇ ਲਈ ਚਾਹੀਦੀਆਂ ਹੈਗੀਆਂ। DNA does this, ਇਹ ਕਿਵੇਂ ਕਰਦਾ ਹੈ DNA does this by controlling the protein synthesis process ਨੂੰ control ਕਰਕੇ ਕਰਦਾ ਆ। and proteins की हैगी है, they do work, most of the work in the cells and are the basic unit of structure and function in the cells of the organism। so students DNA की हैगा या अगे DNA is a acidic substance। DNA is the acidic substance present in the nucleus। कितने present है DNA? present in the nucleus and it is a long polymer of deoxyribonucleotides। अगे ribonucleotides, deoxyribonucleotides and nucleotides की होंगे ਇਹਦੇ ਬਾਰੇ ਅਸੀਂ ਅੱਗੇ डिस्कस ਕਰਾਂਗੇ। the length of DNA is usually defined as the number of nucleotides present in it। ਹੁਣ DNA ਦੀ ਲੈਂਥ ਕਿੰਨੀ ਹੈ ਇਸ ਚੀਜ਼ ਤੇ ਡਿਪੈਂਡ ਕਰਦਾ ਹੈ ਕਿ ਉਹਦੇ ਵਿੱਚ ਨਿਊਕਲੀਓਟਾਈਡਸ ਕਿੰਨੇ ਪ੍ਰੈਜ਼ੈਂਟ ਹੈਗੇ ਆ ਐਂਡ ਦਿਸ ਇਜ਼ ਆਲਸੋ ਦਾ ਕਰੈਕਟਰਿਸਟਿਕ ਆਫ ਐਨ ਆਰਗੇਨਿਜ਼ਮ। ਜਿਵੇਂ ਸਟੂਡੈਂਟਸ ਇੱਕ ਐਗਜ਼ਾਮਪਲ ਹੈਗੀ, ਇਹ ਵੀ ਤੁਸੀਂ ਪੁਆਇੰਟਸ ਜਿਹੜੇ ਹੈਗੇ ਉਹ ਨੋਟ ਡਾਊਨ ਕਰ ਲਓ ਆਪਣੀ ਕਾਪੀਜ਼ ਦੇ ਵਿੱਚ ਕਿਉਂਕਿ ਅੱਗੇ ਜਦੋਂ ਅਸੀਂ ਇਹਦੇ ਨੂਮੈਰੀਕਲਸ ਕਰਾਂਗੇ ਉਹਦੇ ਵਿੱਚ ਆਏਗਾ। ਆ ਬੈਕਟੀਰੀਓਫੇਜ ਨੋਨ ਐਜ਼ 174 ਬੈਕਟੀਰੀਓਫੇਜ ਜਿਹੜਾ ਹੈਗਾ ਆ ਉਹਦੇ ਵਿੱਚ ਕਿੰਨੇ ਨਿਊਕਲੀਓਟਾਈਡਸ ਹੁੰਦੇ ਹੈਗੇ ਆ? it has 5386 nucleotides। second students note down bacteriophage lambda bacteriophage ਜਿਹੜਾ lambda ਆ ਉਹਦੇ ਵਿੱਚ ਕਿੰਨੇ ਨਿਊਕਲੀਓਟਾਈਡਸ ਹੁੰਦੇ ਆ? 4,08,502 ਨਿਊਕਲੀਓਟਾਈਡਸ ਪ੍ਰੈਜ਼ੈਂਟ ਹੁੰਦੇ ਆ। Escherichia coli ਜਿਹੜਾ E. coli bacteria ਹੈਗਾ ਆ it has 4.6 into 10 raised to power 6 base pairs present ਹੁੰਦੇ ਹੈ and human DNA ਦੇ ਵਿੱਚ 3.3 into 10 raised to power 9 base pairs present ਹੁੰਦੇ ਹੈ। so students ਹੁਣ ਅਸੀਂ structure of polynucleotide chain ਜਿਹੜਾ ਹੈ ਉਹ ਡਿਸਕਸ ਕਰਾਂਗੇ। structure of polynucleotide chain। पॉलीन्यूक्लियोटाइड चेन का स्ट्रक्चर ਅਸੀਂ डिस्कस करांगे। ਹੁਣ स्टूडेंट्स पॉलीन्यूक्लियोटाइड चेन डिस्कस ਕਰਨ ਤੋਂ ਪਹਿਲਾਂ ਇਹ ਪਤਾ ਹੋਣਾ ਸਾਨੂੰ ਜ਼ਰੂਰੀ ਹੈਗਾ ਕਿ ਨਿਊਕਲੀਓਟਾਈਡਸ ਕੀ ਹੁੰਦੇ ਆ। स्टूडेंट ਜਿਹੜੇ ਨਿਊਕਲੀਓਟਾਈਡਸ ਹੈਗੇ ਆ ਉਹਦੇ ਤਿੰਨ ਕੰਪੋਨੈਂਟਸ ਹੁੰਦੇ ਆ। ਕਿਹੜੇ ਕਿਹੜੇ? ਨਾਈਟ੍ਰੋਜੀਨਸ ਬੇਸ, सेकेंड कंपोनेंट हुंदा है पेंटोज शुगर एंड थर्ड कंपोनेंट हुंदा है फॉस्फेट ग्रुप।
न्यूक्लियोटाइड के तीन कंपोनेंट्स है, नाइट्रोजीनस बेस, पेंटोज शुगर एंड फॉस्फेट ग्रुप। स्टूडेंट्स नाइट्रोजीनस बेस दो टाइप्स दे हुंदे हैं, केड़े केड़े? प्यूरिन्स एंड प्रिमडेन्स। प्यूरिन्स एंड प्रिमडेन्स। स्टूडेंट्स प्यूरिन्स हुण की हैगे हैं, प्यूरिन्स और प्रिमडेन्स दे विच तुहानूं डिफरेंस जिहड़ा हैगा या वो समझना जरूरी है कि प्यूरिन्स जिहड़े हैगे आ दे आर लार्जर और उन्हां दे विच 2 रिंग स्ट्रक्चर हुंदा आ एंड एक रिंग जिहड़ा हैगा आ वो की हुंदा आ 6 मेंबर नाइट्रोजन कंटेनिंग रिंग हुंदा आ फ्यूज टू अ इमिडाजोल रिंग। स्टूडेंट्स प्यूरिन्स जिहड़े हैगे आ ये लार्जर इन हुंदे आ साइज, प्रिमडेन्स जिहड़े आ स्मॉलर हुंदे आ। प्यूरिन्स जिहड़े ये की हैगे आ 2 रिंग्ड स्ट्रक्चर हैगा आ और प्रिमडेन्स दे विच की हुंदा आ 1 रिंग स्ट्रक्चर हुंदा आ, 1 नाइट्रोजन ओनली अ 6 मेंबर नाइट्रोजन कंटेनिंग रिंग हुंदा है। स्टूडेंट्स हुण जिहड़े प्यूरिन्स हैगे आ वो दो तरह दे हुंदे हैगे आ, केड़े केड़े? एडेनिन and guanine. Adenine and guanine are purines. Adenine written as A and guanine written as G. And pyrimidines students तीन तरह दे हुंदे हैं, केड़े केड़े? साइटोसिन, थाइमिन and uracil. स्टूडेंट्स न्यूक्लियोटाइड्स जेड़े हैं उन्हां दे तीन कंपोनेंट्स हुंदे आ, नाइट्रोजीनस बेस, पेंटोज शुगर एंड फॉस्फेट ग्रुप। नाइट्रोजीनस बेस दो तरह दे हुंदे आ, प्यूरिन्स एंड प्रिमडेन्स। प्यूरिन्स जेड़े हैगे आ दे आर लार्जर, ए 2 रिंग स्ट्रक्चर आ, एक रिंग जेड़ा हैगा आ 6 मेंबर नाइट्रोजन कंटेनिंग रिंग हुंदा आ फ्यूज टू अ इमिडाजोल रिंग। एंड प्रिमडेन्स की हैगे आ ये स्मॉलर हुंदे आ बिकॉज इन्हां दे विच एक ही सिंगल रिंग हुंदा हैगा या 1 सिंगल रिंग कंटेनिंग अ 6 मेंबर नाइट्रोजन रिंग। और स्टूडेंट्स जेडे प्यूरिन्स हैगे हैं, एडेनिन एंड गुआनिन आर प्यूरिन्स एंड साइटोसिन, थाइमिन एंड यूरासिल आर प्रिमडेन्स। हुण स्टूडेंट्स ये ध्यान दे नाल थोड़ा समझो क्योंकि जदों असीं आरएनए दा स्ट्रक्चर करना तो तुहानूं ये पॉइंट क्लीयर होना चाहिदा है। जिहड़ा डीएनए हैगा या डीएनए विच साइटोसिन एंड थाइमिन दो प्रिमडेन्स हुंदे हैं और स्टूडेंट्स आरएनए विच की हुंदा है साइटोसिन एंड यूरासिल, ये दो प्रिमडेन्स हुंदे हैं यानी कि थाइमिन नहीं हुंदा। डीएनए विच यूरासिल नहीं हुंदा या साइटोसिन एंड थाइमिन प्रिमडेन्स हुंदे हैं ते आरएनए दे विच थाइमिन दी जगह ते की हुंदा यूरासिल हुंदा है। साइटोसिन तो है ही है, नाल की है यूरासिल है। सो स्टूडेंट्स ये हो गया नाइट्रोजीनियस बेस। उस तो बाद स्टूडेंट्स पेंटोज शुगर जेडे हैगे आ, 2 टाइप्स ऑफ शुगर्स हुंदे आ, डीऑक्सी राइबोज शुगर एंड सेकंड वन इज राइबोज शुगर। स्टूडेंट्स डीएनए दे विच डीऑक्सी राइबोज शुगर हुंदी है ते आरएनए दे विच राइबोज शुगर हुंदी। उस तो बाद नेक्स्ट आ गया न्यूक्लियोटाइड दा कंपोनेंट फॉस्फेट ग्रुप, PO4 फॉस्फेट ग्रुप जेड़ा हैगा या वो प्रेजेंट हुंदा हैगा या। स्टूडेंट्स ये तो सारा कुछ हो गया कि न्यूक्लियोटाइड्स दे की कंपोनेंट्स हैगे हैं। हुण उस तो बाद स्टूडेंट्स ध्यान दिओ साडे कोल हुण टर्म्स आ गया न्यूक्लियोसाइड एंड न्यूक्लियोटाइड। स्टूडेंट जदों नाइट्रोजीनस बेस जेड़ा हैगा या वो पेंटोज शुगर दे नाल लिंक होवे। नाइट्रोजीनस बेस इज लिंक्ड टू पेंटोज शुगर, केड़े बॉन्ड दे नाल? इस बॉन्ड नो एन ग्लाइकोसिडिक लिंकेज कहते हैं।
when nitrogenous base is linked to pentose sugar through a N-glycosidic linkage ਤਾਂ ਇਹ ਜਿਹੜਾ ਸਾਰਾ ਕੀ ਬਣਿਆ ਉਹਨੂੰ ਅਸੀਂ ਕੀ ਕਹਿੰਦੇ ਆ that is known as nucleoside students nucleotide and nucleoside different ਹੈਗੇ terms ਜਦੋਂ ਨਾਈਟ੍ਰੋਜੀਨਸ ਬੇਸ ਪੈਂਟੋਜ਼ ਸ਼ੂਗਰ ਦੇ ਨਾਲ ਲਿੰਕਡ ਹੋਵੇ ਥਰੂ ਐਨ ਗਲਾਈਕੋਸਿਡਿਕ ਲਿੰਕੇਜ ਫਿਰ ਉਹ ਕੀ ਬਣਾਉਂਦਾ ਹੈ ਨਿਊਕਲੀਓਸਾਈਡ ਬਣਾਉਂਦਾ ਹੈ ਹੁਣ ਜਿਵੇਂ ਸਟੂਡੈਂਟਸ ਐਡੇਨਿਨ ਨੇ ਐਡੇਨਿਨ ਜਿਹੜਾ ਹੈਗਾ ਆ ਉਹ ਰਾਈਬੋਜ਼ ਸ਼ੂਗਰ ਦੇ ਨਾਲ ਲਿੰਕਡ ਹੋਵੇ ਤਾਂ ਉਹ ਕੀ ਬਣਾਏਗਾ that is adenosine when adenine is linked to ribose sugar it forms adenosine ਤੇ ਜਦੋਂ adenine deoxyribose sugar ਦੇ ਨਾਲ ਲਿੰਕ ਹੋਵੇ ਤਾਂ ਉਹ ਕੀ ਬਣਾਏਗਾ deoxyadenosine deoxyadenosine okay students when adenine is linked to ribose sugar it forms adenosine when adenine is linked to deoxyribose sugar it forms deoxyadenosine इसी तरह ही ਜਦੋਂ ਗੋਨਿਨ ਜਿਹੜਾ ਹੈਗਾ ਆ ਉਹ ਰਾਈਬੋਸ ਸ਼ੂਗਰ ਦੇ ਨਾਲ ਲਿੰਕਡ ਹੋਵੇ ਤਾਂ ਗੋਨੋਸਾਈਨ ਬਣਾਏਗਾ ਜਦੋਂ ਗੋਨਿਨ ਡੀਆਕਸੀਰਾਈਬੋਸ ਸ਼ੂਗਰ ਦੇ ਨਾਲ ਲਿੰਕਡ ਹੈਗਾ ਤਾਂ ਡੀਆਕਸੀ ਗਾਇਨੋਸਾਈਨ ਬਣਾਏਗਾ इसी तरह ही साइटोसिन राइबोस शुगर दे नाल लिंक्ड हैगा या इट फॉर्म्स साइटाडाइन when cytosine is linked with ribose sugar it forms साइटाडाइन ਤੇ ਜਦੋਂ ਸਾਈਟੋਸਿਨ ਜਿਹੜਾ ਹੈਗਾ ਆ ਉਹ ਡੀਆਕਸੀਰਾਈਬੋਜ਼ ਸ਼ੂਗਰ ਦੇ ਨਾਲ ਲਿੰਕਡ ਹੈਗਾ ਆ then it forms deoxycytidine ਤੇ ਜਦੋਂ ਸਟੂਡੈਂਟਸ ਯੂਰਾਸਿਲ ਜਿਹੜਾ ਹੈਗਾ ਆ ਲਿੰਕਡ ਟੂ ਰਾਈਬੋਜ਼ ਸ਼ੂਗਰ it forms uridine okay students when cytosine is linked to ribose sugar it forms cytidine when cytosine is linked to deoxyribose sugar it forms deoxycytidine ਤੇ ਇਸੇ ਤਰ੍ਹਾਂ ਹੀ ਜਦੋਂ ਪ੍ਰਿਮਡਿਨ ਜਿਹੜਾ ਯੂਰਾਸਿਲ ਹੈ ਉਹ ਰਾਈਬੋਸ ਸ਼ੂਗਰ ਦੇ ਨਾਲ ਲਿੰਕ ਹੈ ਤਾਂ ਯੂਰਾਡਾਈਨ ਬਣਾਏਗਾ ਤੇ ਸਟੂਡੈਂਟਸ ਜਦੋਂ ਯੂਰਾਸਿਲ ਡੀਆਕਸੀਰਾਈਬੋਸ ਸ਼ੂਗਰ ਦੇ ਨਾਲ ਲਿੰਕਡ ਹੋਏਗਾ ਫਿਰ ਉਹ ਕੀ ਬਣਾਏਗਾ ਜਿਹੜਾ ਯੂਰਾਸਿਲ ਹੈਗਾ ਆ ਪ੍ਰਿਮਡਿਨ that is present in only RNA ਉਹ ਰਾਈਬੋਸ ਸ਼ੂਗਰ ਦੇ ਨਾਲ ਕਿਉਂਕਿ RNA ਦੇ ਵਿੱਚ ਰਾਈਬੋਸ ਸ਼ੂਗਰ ਹੈ ਰਾਈਬੋਸ ਸ਼ੂਗਰ ਦੇ ਨਾਲ ਯੂਰਾਸਿਲ ਜਿਹੜਾ ਹੈ ਉਹ ਲਿੰਕ ਕਰਕੇ ਯੂਰਾਡਾਈਨ ਬਣਾਏਗਾ DNA ਦੇ ਵਿੱਚ ਤਾਂ ਯੂਰਾਸਿਲ ਪ੍ਰਿਮਡਿਨ ਪ੍ਰੈਜ਼ੈਂਟ ਹੀ ਨਹੀਂ ਹੁੰਦਾ ਹੈ ਇਸ ਕਰਕੇ ਉਹ ਡੀਆਕਸੀਰਾਈਬੋਸ ਸ਼ੂਗਰ ਦੇ ਨਾਲ ਲਿੰਕ ਨਹੀਂ ਕਰੇਗਾ ਇਸੇ ਤਰ੍ਹਾਂ ਹੀ ਸਟੂਡੈਂਟ ਜਿਹੜਾ ਥਾਇਮਿਨ ਹੈਗਾ ਆ ਥਾਇਮਿਨ ਪ੍ਰਿਮਡਿਨ ਇਜ਼ ਪ੍ਰੈਜ਼ੈਂਟ ਇਨ DNA ਤਾਂ ਥਾਇਮਿਨ ਜਿਹੜਾ ਆ ਉਹ ਰਾਈਬੋਸ ਸ਼ੂਗਰ ਦੇ ਨਾਲ ਨਹੀਂ ਲਿੰਕਡ ਹੋਏਗਾ ਉਹ ਡੀਆਕਸੀਰਾਈਬੋਸ ਸ਼ੂਗਰ ਦੇ ਨਾਲ ਲਿੰਕਡ ਹੋ ਕੇ ਡੀਆਕਸੀਥਾਈਮਾਡੀਨ ਬਣਾਏਗਾ ਸੋ ਸਟੂਡੈਂਟਸ ਇਹ ਤਾਂ ਸੀਗਾ ਕਿ ਨਾਈਟ੍ਰੋਜੀਨੀਅਸ ਬੇਸ ਜਦੋਂ ਪੈਂਟੋਜ਼ ਸ਼ੂਗਰ ਦੇ ਨਾਲ ਲਿੰਕ ਕਰਦੇ ਆ ਤਾਂ ਨਿਊਕਲੀਓਸਾਈਡ ਬਣਾਉਂਦੇ ਹੁਣ ਸਟੂਡੈਂਟਸ ਉਸ ਤੋਂ ਬਾਅਦ ਆ ਗਿਆ when nitrogenous base linked to ribose sugar ਤਾਂ ਉਹ ਕੀ ਬਣਾਉਂਦੇ ਆ that is it forms nucleoside ਹੁਣ ਸਟੂਡੈਂਟਸ ਨਿਊਕਲੀਓਸਾਈਡ ਜਿਹੜਾ ਹੈਗਾ ਆ ਜਦੋਂ ਉਹ ਫਾਸਫੇਟ ਗਰੁੱਪ ਦੇ ਨਾਲ ਲਿੰਕ ਹੋਏਗਾ then it forms a nucleotide
स्टूडेंट्स ਤੁਹਾਨੂੰ ਇਹ ਦੋਨੋਂ ਟਰਮਸ ਕਲੀਅਰ ਹੋਣੀਆਂ ਚਾਹੀਦੀਆਂ ਨਿਊਕਲੀਓਸਾਈਡ ਐਂਡ ਨਿਊਕਲੀਓਟਾਈਡ ਇਹਨਾਂ ਦੇ ਵਿੱਚ ਕੰਫਿਊਜ਼ ਨਹੀਂ ਹੋਣਾ ਨਾਈਟ੍ਰੋਜੀਨੀਅਸ ਬੇਸ ਲਿੰਕਡ ਵਿਦ ਰਾਈਬੋਸ ਸ਼ੂਗਰ and form nucleoside and when nucleoside linked with phosphate group it forms nucleotide so students ये clear होना ਤੁਹਾਨੂੰ ਜ਼ਰੂਰੀ ਹੈਗਾ ਆ ਔਰ ਨਿਊਕਲੀਓਸਾਈਡ ਫਾਸਫੇਟ ਗਰੁੱਪ ਦੇ ਨਾਲ ਕਿਹੜੇ ਬੌਂਡ ਦੇ ਨਾਲ ਲਿੰਕ ਹੁੰਦਾ that bond is known as phosphoester linkage nucleotide is linked to phosphate group through phosphoester linkage and forms nucleotide so students ਇਹ ਮੈਂ nucleotide ਦਾ ਇੱਥੇ ਥੋੜਾ ਜਿਹਾ ਸਟਰਕਚਰ ਡਰਾ ਕੀਤਾ ਹੋਇਆ ਹੈ ਜੇ ਤੁਸੀਂ ਇਹਨੂੰ ਧਿਆਨ ਦੇ ਨਾਲ ਦੇਖੋ A T G and C ਇਹ ਨਾਈਟ੍ਰੋਜੀਨੀਅਸ ਬੇਸਿਸ ਹੈਗੇ ਆ ਐਡੇਨਿਨ ਐਂਡ ਗਵਾਨੀਨ ਜਿਹੜੇ ਆ ਦੇ ਆਰ ਪਿਊਰਿਨਸ ਤਾਂ ਹੀ ਤੁਸੀਂ ਦੇਖੋ ਕਿ ਮੈਂ ਥੋੜਾ ਜਿਹਾ ਇਹਨਾਂ ਨੂੰ ਡਿਫਰੈਂਟ ਸਿੰਬਲਸ ਦੇ ਨਾਲ ਸ਼ੋ ਕੀਤਾ ਆ and thymine and cytosine are pyrimidines और ये राइबोज शुगर है ਜਦੋਂ ਨਾਈਟ੍ਰੋਜੀਨੀਅਸ ਬੇਸ ਜਿਹੜਾ ਹੈਗਾ ਆ ਉਹ ਰਾਈਬੋਜ਼ ਸ਼ੂਗਰ ਦੇ ਨਾਲ ਲਿੰਕਡ ਹੈ ਇਟ ਫਾਰਮਸ ਨਿਊਕਲੀਓਸਾਈਡ ਤੇ ਜਦੋਂ ਨਿਊਕਲੀਓਸਾਈਡ ਫਾਸਫੇਟ ਗਰੁੱਪ ਦੇ ਨਾਲ ਲਿੰਕ ਹੋ ਗਿਆ ਤੇ ਇਹ ਸਾਰਾ ਕੀ ਬਣ ਗਿਆ ਇਹ ਨਿਊਕਲੀਓਟਾਈਡ ਬਣ ਗਿਆ और स्टूडेंट्स एक न्यूक्लियोटाइड है दूसरा न्यूक्लियोटाइड है तीसरा न्यूक्लियोटाइड है चौथा न्यूक्लियोटाइड है ਇਹ ਚਾਰ ਇੱਥੇ ਨਿਊਕਲੀਓਟਾਈਡਸ ਜਿਹੜੇ ਹੈਗੇ ਆ ਉਹ ਸ਼ੋ ਕੀਤੇ ਹੋਏ ਹੈਗੇ ਆ ਤੇ ਇਹ ਕੀ ਬਣਾ ਦਿੱਤਾ ਇਹਨਾਂ ਨੇ ਇੱਕ ਪੋਲੀਨਿਊਕਲੀਓਟਾਈਡ ਜਿਹੜੀ ਹੈ ਉਹ ਚੇਨ ਬਣਾ ਦਿੱਤੀ ਹੁਣ ਸਟੂਡੈਂਟਸ और इस साइड पे 5 एंड हैगा इस साइड पे फॉस्फेट ग्रुप है 3 एंड ते हाइड्रोक्सिल ग्रुप जेड़ा है दैट इज प्रेजेंट इन द पॉलीन्यूक्लियोटाइड चेन ਹੁਣ ਸਟੂਡੈਂਟ ਜੇ ਤੁਸੀਂ ਇਹਨਾਂ ਨੂੰ ਧਿਆਨ ਦੇ ਨਾਲ ਦੇਖੋ ਕਿ ਜਿਹੜੇ 2 ਨਿਊਕਲੀਓਟਾਈਡਸ ਹੈ ਇਹ ਇੱਕ ਨਿਊਕਲੀਓਟਾਈਡ ਹੈ ਇਹ ਦੂਸਰਾ ਨਿਊਕਲੀਓਟਾਈਡ ਹੈ they are linked through 3 to 5 phosphoester linkage to form a polynucleotide chain और ये ਜਿਹੜਾ ਪੋਲੀਮਰ ਇਸ ਤਰ੍ਹਾਂ ਬਣਿਆ ਹੈਗਾ ਆ ਇਹਦੇ ਇੱਕ ਐਂਡ ਤੇ ਫਾਸਫੇਟ ਮੋਇਟੀ ਐਟ 5 ਐਂਡ ਆਫ ਦਾ ਰਾਈਬੋਸ ਸ਼ੂਗਰ ਦੇ 5 ਐਂਡ ਤੇ ਫਾਸਫੇਟ ਗਰੁੱਪ ਹੈਗਾ ਆ ਐਂਡ of the polynucleotide chain at the other end of the polymer the ribose sugar has a free end OH group which is referred to as the 3 end of polynucleotide chain so students ये जड़ी backbone हैगी है of the polynucleotide chain ये backbone है it is made up of sugar and phosphate group दी ये backbone जड़ी है ਉਹ ਬਣੀ ਹੋਈ ਹੈ ਤੇ ਜਿਹੜੇ ਨਾਈਟ੍ਰੋਜੀਨੀਅਸ ਬੇਸਿਸ ਹੈਗੇ ਆ ਐਡੇਨਿਨ ਥਾਈਮਿਨ ਗਵਾਨੀਨ ਐਂਡ ਸਾਈਟੋਸਿਨ these are nitrogenous bases they project from the backbone polynucleotide chain ਦੀ ਜਿਹੜੀ backbone ਹੈਗੀ ਹੈ ਉਹ ਫਾਸਫੇਟ ਸ਼ੂਗਰ ਗਰੁੱਪ ਦੀ ਬਣੀ ਹੋਈ ਹੈਗੀ ਹੈ ਤੇ ਜਿਹੜੀ ਔਰ ਜਿਹੜੇ ਨਾਈਟ੍ਰੋਜੀਨੀਅਸ ਬੇਸਿਸ ਹੈਗੀ ਹੈ they project from the backbone Students, this is the diagram of a double-stranded polynucleotide chain. Students, ਅਸੀਂ ਹੁਣੇ ਡਿਸਕਸ ਕੀਤਾ ਹੈਗਾ ਕਿ ਨਾਈਟ੍ਰੋਜੀਨੀਅਸ ਬੇਸ ਪੈਂਟੋਸ ਸ਼ੂਗਰ ਦੇ ਨਾਲ ਮਿਲ ਕੇ ਨਿਊਕਲੀਓਸਾਈਡ ਬਣਾਉਂਦਾ ਹੈ ਔਰ ਜਦੋਂ ਨਿਊਕਲੀਓਸਾਈਡ ਜਿਹੜਾ ਹੈ ਉਹ ਫਾਸਫੇਟ ਗਰੁੱਪ ਨਾਲ ਲਿੰਕ ਹੁੰਦਾ ਹੈ ਤਾਂ ਨਿਊਕਲੀਓਟਾਈਡ ਬਣਦਾ ਹੈ ਔਰ ਨਿਊਕਲੀਓਟਾਈਡ ਸੇ ਇੱਕ ਨਿਊਕਲੀਓਟਾਈਡ ਹੈ ਇਹ ਆਪਸ ਵਿੱਚ ਮਿਲ ਕੇ ਇਹਨਾਂ ਨੇ ਲੌਂਗ ਪੋਲੀਪੈਪਟਾਈਡ ਚੇਨ ਜਿਹੜੀ ਹੈਗੀ ਆ ਉਹ ਬਣਾ ਦਿੱਤੀ ਹੈ ਐਂਡ ਦਿਸ ਇਜ਼ ਡਬਲ ਸਟ੍ਰੈਂਡਡ ਪੋਲੀਪੈਪਟਾਈਡ ਚੇਨ ਜੇ ਇੱਕ ਜਿਹੜੀ ਚੇਨ ਹੈਗੀ ਆ ਉਹਦੇ ਇੱਕ ਸਾਈਡ ਤੇ ਜਿਹੜੇ ਹੈਗੇ ਆ ਕਿ ਇਹ ਫਾਸਫੇਟ ਗਰੁੱਪ ਐਟ 5 end of the sugar and hydroxyl group as at 3 end so students ਜੇ ਤੁਸੀਂ ਇਹਨੂੰ ਡਾਇਗਰਾਮ ਨੂੰ ਧਿਆਨ ਦੇ ਨਾਲ ਦੇਖੋ ਤਾਂ ਇੱਕ ਸਟ੍ਰੈਂਡ ਜਿਹੜਾ ਹੈਗਾ ਆ ਜੇ ਉਹ ਦੇ ਆਰ ਐਂਟੀ ਪੈਰਲਲ both strands are anti parallel ਇੱਕ ਸਟ੍ਰੈਂਡ ਜਿਹੜਾ ਹੈਗਾ ਉਹਦੇ 3 to 5 end ਹੈ ਤੇ ਦੂਸਰਾ ਸਟ੍ਰੈਂਡ ਤੁਸੀਂ ਦੇਖੋ ਉਹਦਾ 3 to 5 end ਜਿਹੜਾ ਹੈਗਾ ਆ ਉਹ ਇਸ ਤਰ੍ਹਾਂ ਹੈਗਾ ਆ so both the
strands ਜਿਹੜੇ ਹੈਗੇ of the DNA they are anti-parallel. So students, ਉਸ ਤੋਂ ਬਾਅਦ due to some technical limitations in isolating such a long polymer intact, the elucidation of the structure of DNA remained elusive for a very long period of time. फिर स्टूडेंट्स ਉਸ ਤੋਂ ਬਾਅਦ 1953 ਦੇ ਵਿੱਚ in 1953 James Watson and Francis Crick. Students, in 1953 James Watson and Francis Crick ਜਿਹੜੇ ਹੈਗੇ ਆ scientists, based on X-ray diffraction data, they proposed a very simple double helix model for the structure of DNA. DNA ਦੇ structure ਦੇ ਲਈ ਉਹਨਾਂ ਨੇ ਜੇਮਸ ਵਾਟਸਨ ਐਂਡ ਫ੍ਰੈਂਸਿਸ ਕ੍ਰਿਕ ਨੇ ਇੱਕ ਬੜਾ ਸਿੰਪਲ ਡਬਲ ਹੈਲੀਕਲ ਸਟਰਕਚਰ ਇਸ ਤਰ੍ਹਾਂ ਦਿੱਤਾ, ਜਿਵੇਂ ਸਟੇਅਰ ਕੇਸ ਨਹੀਂ ਹੁੰਦੀਆਂ ਆ ਉਸ ਟਾਈਪ ਦਾ ਸਟਰਕਚਰ ਉਹਨਾਂ ਨੇ ਦਿੱਤਾ। ਤੇ ਸਟੂਡੈਂਟਸ, ਇਹ ਜਿਹੜੇ ਦੋ ਸਟੈਂਡਸ ਸੀਗੇ, एक A वाला स्टैंड और एक A वाला स्टैंड, they are the backbones made up of sugar and phosphate ਤੇ ਜਿਹੜੇ ਨਾਈਟ੍ਰੋਜੀਨੀਅਸ ਬੇਸਿਸ ਹੈਗੇ ਆ ਉਹ ਇਸ ਤਰ੍ਹਾਂ ਪ੍ਰੋਜੈਕਟ ਇਨਵਰਟਸ, ਇਹ ਨਾਈਟ੍ਰੋਜੀਨੀਅਸ ਬੇਸਿਸ ਹੈ। ਉਸ ਤੋਂ ਬਾਅਦ ਸਟੂਡੈਂਟਸ ਨੈਕਸਟ ਅਸੀਂ ਚਾਰਗਾਫਸ ਰੂਲ ਜਿਹੜਾ ਉਹ ਡਿਸਕਸ ਕਰਾਂਗੇ। ਇਰਵਿਨ ਚਾਰਗਾਫ ਜਿਹੜਾ ਸੀਗਾ ਉਹਨੇ ਡਬਲ ਹੈਲੀਕਲ ਡਬਲ ਸਟੈਂਡਰਡ ਡੀਐਨਏ ਦੇ ਲਈ ਉਹਨੇ ਆਪਣਾ ਇੱਕ ਰੂਲ ਪ੍ਰਪੋਜ਼ ਕੀਤਾ। ਉਹਨੇ ਕਿਹਾ ਕਿ ਜਿਹੜੇ ਐਡੇਨਿਨ ਐਂਡ ਥਾਈਮਿਨ ਦੀਆਂ ਰੇਸ਼ੋਜ਼ ਹੈਗੀਆਂ ਆ ਤੇ ਗੋਨਿਨ ਐਂਡ ਸਾਈਟੋਸਿਨ ਦੀਆਂ ਰੇਸ਼ੋਜ਼ ਹੈਗੀਆਂ ਆ, ਦੇ ਆਰ ਇਕੁਅਲਸ। ਜਿਨਕੀ ਡਬਲ ਸਟੈਂਡਰਡ ਡੀਐਨਏ ਦੇ ਵਿੱਚ ਜਿੰਨੇ ਐਡੇਨਿਨ ਹੈ ਉਨੇ ਹੀ ਥਾਈਮਿਨ ਹੈ और जिन्ने गोनिन हैगे या उन्ने ही साइटोसिन है। एडेनिन एंड गोनिन आर प्यूरिन्स, थाइमिन एंड साइटोसिन आर प्रिमडिन्स, यानी कि प्यूरिन्स एंड प्रिमडिन्स जेडे हैगी आ उन्हां दी रेशो जेडी हैगी आ वो बराबर है। सो चारगाफ्स जेड़ा रूल हैगा इट सपोर्ट्स द आइडिया दैट एडेनिन जेड़ा हैगा या इट बॉन्ड्स टू थाइमिन एंड साइटोसिन जेड़ा या गोनिन है इट बॉन्ड्स टू साइटोसिन। स्टूडेंट्स उस तो बाद ਅਸੀਂ डिटेल ਦੇ ਵਿੱਚ ਚਾਰਗਾਫ ਰੂਲ ਜਿਹੜਾ ਆ ਉਹ ਡਿਸਕਸ ਕਰ ਲੈਂਦੇ ਹੈਗੇ ਆ। ਤੁਸੀਂ ਇਹ ਪੁਆਇੰਟਸ ਜਿਹੜੇ ਹੈਗੇ ਆ ਨੋਟ ਡਾਊਨ ਵੀ ਕਰ ਸਕਦੇ ਹੋ। ਚਾਰਗਾਫ ਰੂਲ ਕਿਉਂਕਿ ਸਟੂਡੈਂਟਸ ਇਹਦੇ ਬੇਸ ਤੇ ਤੁਹਾਨੂੰ ਨੂਮੈਰੀਕਲਸ ਵੀ ਹੈਗੇ ਆ ਤੁਹਾਡੇ ਬੁੱਕ ਦੇ ਵਿੱਚ। ਚਾਰਗਾਫ ਰੂਲਸ, ਇਰਵਿਨ ਚਾਰਗਾਫ ਜਿਹੜਾ ਸਾਇੰਟਿਸਟ ਸੀਗਾ ਉਹਨੇ ਚਾਰਗਾਫਸ ਰੂਲ ਜਿਹੜਾ ਦਿੱਤਾ। ਦਿਸ ਰੂਲ ਇਜ਼ ਆਲਸੋ ਨੋਨ ਐਜ਼ ਬੇਸ ਪੇਅਰ ਰੂਲ। ਇਸ ਰੂਲ ਨੂੰ ਬੇਸ ਪੇਅਰ ਰੂਲ ਵੀ ਕਿਹਾ ਜਾਂਦਾ ਆ। ਸਟੂਡੈਂਟਸ ਇਹ ਰੂਲ ਜਿਹੜਾ ਹੈਗਾ ਆ ਕੀ ਹੈਗਾ ਆ, ਫਰਸਟ ਪੁਆਇੰਟ ਹੈਗਾ ਕਿ ਇਨ ਡੀਐਨਏ ਮੋਲੀਕਿਊਲ the adenine thymine base pairs are equal in number to guanine cytosine base pair। adenine thymine base pairs ਜਿਹੜੇ ਹੈਗੇ ਆ they are equal to guanine cytosine base pair। first point है। second point ਕੀ ਹੈਗਾ ਆ, adenine plus guanine is equal to thymine plus cytosine। यहाँ से इस तरह भी इन्हें लिख सकते हैं adenine plus guanine ये purines हैगे आ and thymine and cytosine are pyrimidines is equal to 1। a second है the point इरविन चारगाफ्स rule that कि purines and pyrimidines they are equal in amount। third point की है या कि adenine pairs with thymine double bond ਦੇ ਨਾਲ है जुड़िया होया and guanine जेड़ा है it always pairs with cytosine and a triple bond ਦੇ ਨਾਲ जुड़िया होया है। fourth point की है या इस rule ਦਾ कि the base ratio adenine plus thymine over guanine plus cytosine may vary from one species to other but is constant for each other। species ਦੇ ਵਿੱਚ ਇਹ ਜਿਹੜੀ ratio ਹੈ vary ਹੋ ਸਕਦੀ ਹੈ। and fifth point ਕੀ ਹੈਗਾ ਆ ਕਿ deoxyribose sugar and phosphate components occur in equal proportion। deoxyribose sugar
deoxyribose sugar and phosphate. Deoxyribose sugar and phosphate ਜਿਹੜੇ ਹੈਗੇ ਆ they occurs in equal proportion. So students ਇਹ ਇਰਗਿਨ ਚਾਰਗਾਫ ਰੂਲ ਸੀਗਾ। ਉਸ ਤੋਂ ਬਾਅਦ ਇਹਦੇ ਨਾਲ ਰਿਲੇਟਡ ਤੁਹਾਡੇ ਨੂਮੈਰੀਕਲਸ ਤੁਹਾਡੀ ਬੁੱਕ ਦੇ ਵਿੱਚ ਵੀ ਹੈਗੇ ਆ। ਸੋ ਸਟੂਡੈਂਟਸ ਜਿਵੇਂ ਤੁਹਾਡੇ ਇੱਕ ਕੁਐਸਚਨ ਨੂਮੈਰੀਕਲ ਹੈਗਾ ਆ ਕਿ ਇਫ ਅ ਡਬਲ ਸਟ੍ਰੈਂਡਡ ਡੀਐਨਏ ਹੈਜ਼ if a double stranded DNA has 20% of cytosine, calculate the percentage of adenine in DNA। ਇਹ ਨੂਮੈਰੀਕਲ ਹੈ ਸਟੂਡੈਂਟਸ ਕਿ ਡਬਲ ਸਟੈਂਡਰਡ ਡੀਐਨਏ ਵਿੱਚ ਸਾਈਟੋਸਿਨ 20% ਹੈਗਾ ਤਾਂ ਅਸੀਂ ਐਡੇਨਿਨ ਜਿਹੜਾ ਹੈਗਾ ਉਹਦੀ ਪਰਸੈਂਟੇਜ ਕੈਲਕੂਲੇਟ ਕਰਨੀ ਹੈਗੀ ਹੈ। ਸੋ ਸਟੂਡੈਂਟ ਦਿਸ ਨੂਮੈਰੀਕਲ ਇਜ਼ ਬੇਸਡ ਔਨ ਦਾ ਇਰਵਿਨ ਚਾਰਗਾਫਸ ਰੂਲ। ਸਟੂਡੈਂਟਸ ਅਕੋਰਡਿੰਗ ਟੂ ਦਾ ਚਾਰਗਾਫਸ ਹੁਣ ਸਾਨੂੰ ਕੀ ਦਿੱਤਾ ਹੋਇਆ ਹੈ ਸਾਈਟੋਸਿਨ ਇਜ਼ ਇਕੁਅਲ ਟੂ 20% ਐਂਡ ਅਕੋਰਡਿੰਗ ਟੂ ਚਾਰਗਾਫ ਰੂਲ ਕੀ ਹੈਗਾ ਆ कि परसेंटेज जिन्ने साइटोसिन हैगे या दैट इज इक्वल टू द परसेंटेज ऑफ गोनिन, यानी कि गोनिन जे साइटोसिन 20% है तो गोनिन की होएगा दैट विल आल्सो बी 20%। हम 20% प्लस 20% कितना हो गया टोटल 40%, 100% माइनस 40% कितना रह गया 60%। स्टूडेंट साइटोसिन 20% ਦਿੱਤਾ ਹੋਇਆ ਅਕੋਰਡਿੰਗ ਟੂ ਚਾਰਗਾਫ ਰੂਲ ਜਿੰਨੇ ਸਾਈਟੋਸਿਨ ਹੈਗੇ ਆ ਉਨੇ ਹੀ ਗੋਨਿਨ ਪ੍ਰੈਜ਼ੈਂਟ ਹੁੰਦੇ ਹੈਗੇ ਆ। ਸੋ ਗੋਨਿਨ ਵੀ ਕਿੰਨੇ ਹੋ ਗਏ 20%। ਹੁਣ ਸਟੂਡੈਂਟਸ 20% ਸਾਈਟੋਸਿਨ 20% ਗੋਨਿਨ ਕਿੰਨੇ ਹੋ ਗਏ 40% ਹੋ ਗਏ। ਸੋ 100 ਵਿੱਚੋਂ ਅਸੀਂ 40 ਮਾਈਨਸ ਕਰ ਦਿੱਤੇ ਬਾਕੀ ਸਾਡੇ ਕੋਲ 60% ਰਹਿ ਗਏ। ਸੋ ਹੁਣ दोनों बाकी केड़े बेस पेयर्स है डीएनए दे विच एडेनिन एंड थाइमिन। हुन 60% यानी कि ਅਸੀਂ 2 ਦੀ परसेंटेज कैलकुलेट करनी है तो 60% ਨੂੰ 2 ਨਾਲ डिवाइड कर दो कितना आ गया 30%, यानी कि 30% ਜਿਹੜਾ ਹੈਗਾ ਆ ਉਹ एडेनिन है ਤੇ 30% ਹੀ डीएनए ਦੇ ਵਿੱਚ थाइमिन प्रेजेंट ਹੈਗਾ। सो स्टूडेंट इस तरह ਤੁਸੀਂ ਹੋਰ ਵੀ ਨੂਮੈਰੀਕਲਸ ਕਰ ਸਕਦੇ ਹੋ ਕਿ ਜੇ ਤੁਹਾਨੂੰ ਇੱਕ ਬੇਸ ਪੇਅਰ ਦੀ परसेंटेज पता हैगी है तो तुसी इरगिन चारगाफ रूल दे नाल जिहड़ा हैगा दूसरे दी जिहड़ी हैगी है परसेंटेज वो कैलकुलेट कर सकते हो। इसी तरह तो स्टूडेंट्स तुहानू MCQ जिहड़े हैगे आ क्वेश्चंस हैगे आ वो भी इसी इरविन चारगाफ रूल दे बेस ते तुहानू जिहड़े हैगे आ वो क्वेश्चंस भी पूछे जा सकते हैगे आ कि जिवें एक क्वेश्चन हैगा आ कि इफ द guanine cytosine content of a DNA molecule is 60%, what are the percentage of 4 bases kede kede add guanine cytosine थाइमिन एंड एडेनिन। सो स्टूडेंट्स 4 ऑप्शंस दित्तियां होईयां है उन्हां दे विचों तुहानू राइट वन जिहड़ी है वो पता होनी चाहिए। हुण इत्थों ही देख लो कि जे असीं एक डबल स्टैंडर्ड डीएनए है ठीक है ओदे विच तुसीं बेस पेयर्स लिख लो गोनिन हो गया एडेनिन गोनिन थाइमिन गोनिन। एदे कॉम्प्लीमेंट्री जिहड़े बेस पेयर्स है साइटोसिन है थाइमिन साइटोसिन एडेनिन एंड साइटोसिन। और न्यूमेरिकल विच की दिता होया कि गोनिन साइटोसिन कंटेंट 60% है ठीक है 60%, यानी कि 30% ये है 30% ये है ताही दोनों मिलके 60% बने हैं। तो उन्होंने फिर अगे जिहड़ा है वही पूछा होया हैगा या कि तुहानू 60% दिता होया तो तुसी डिवाइड कर लो 2 दे नाल 30%, यानी कि गोनिन जिहड़ा है वो भी 30% आ गया साइटोसिन भी 30% आ गया।
100 ਦੇ ਵਿੱਚੋਂ 60% ਮਾਈਨਸ ਕਰ ਦੋ, ਕਿੰਨਾ ਆ ਗਿਆ 40%, ਤੇ 40 ਡਿਵਾਈਡਡ ਬਾਈ 2 ਕਿੰਨਾ ਆ ਗਿਆ 20%, यानी कि एडेनिन ਜਿਹੜਾ ਆ ਉਹ ਵੀ 20% ਆ ਗਿਆ ਤੇ ਥਾਇਮਿਨ ਵੀ 20% ਆ ਗਿਆ। आई होप स्टूडेंट्स ਤੁਹਾਨੂੰ ਇਹ ਕਲੀਅਰ ਹੋ ਗਿਆ ਹੋਵੇਗਾ ਕਿ ਜੇ ਸਾਨੂੰ ਇੱਕ ਵੀ ਜਿਹੜਾ ਬੇਸ ਹੈਗਾ ਆ ਉਹਦੀ ਪਰਸੈਂਟੇਜ ਦਿੱਤੀ ਹੋਈ ਹੈ ਤਾਂ ਅਸੀਂ ਬਾਕੀ ਜਿਹੜੇ ਬੇਸਿਸ ਆ ਉਹਨਾਂ ਦੀ ਵੀ ਪਰਸੈਂਟੇਜ ਜਿਹੜੀ ਹੈਗੀ ਉਹ ਕਾਊਂਟ ਕਰ ਸਕਦੇ ਹੈਗੇ ਆ, ਜਿਹੜਾ ਲਗਾ ਕੇ ਅਸੀਂ ਜੋ ਵੀ ਹੈਗਾ ਆ ਇਰਵਿਨ ਚਾਰਗਾਫ ਜਿਹੜਾ ਰੂਲ ਹੈਗਾ ਆ ਉਹ ਲਗਾ ਕੇ। ਹੁਣ ਸਟੂਡੈਂਟਸ ਉਸ ਤੋਂ ਬਾਅਦ ਹੈਗਾ ਕਿ ਜਿਹੜੇ ਬੇਸ ਪੇਅਰਸ ਹੈਗੇ ਦੇ ਕਨਫਰਸ ਆ ਵੈਰੀ ਯੂਨੀਕ ਪ੍ਰੋਪਰਟੀ ਟੂ ਦਾ ਪੋਲੀਨਿਊਕਲੀਓਟਾਈਡ ਚੇਨ। these base pairs are said to be complementary to each other, ਤੇ ਇਸੇ ਤਰ੍ਹਾਂ ਹੀ ਜੇ ਸਾਨੂੰ ਇੱਕ if the sequences of the bases ਇੱਕ ਸਟ੍ਰੈਂਡ ਜਿਹੜਾ DNA ਦਾ ਆ ਉਹਦੇ ਸਟ੍ਰੈਂਡ ਦੇ ਵਿੱਚ ਸਾਨੂੰ ਬੇਸਿਸ ਦਾ ਸੀਕੁਐਂਸ ਪਤਾ ਹੋਵੇ ਤਾਂ ਅਸੀਂ ਦੂਸਰੇ ਸਟ੍ਰੈਂਡ ਦੇ ਵਿੱਚ DNA ਜਿਹੜੇ ਹੈਗਾ ਆ ਦੂਸਰਾ ਸਟ੍ਰੈਂਡ DNA ਦਾ ਉਹਦੇ ਵਿੱਚ ਉਹਦੇ ਬੇਸ ਸੀਕੁਐਂਸ ਜਿਹੜੇ ਹੈਗੇ ਉਹ ਪਤਾ ਲਗਾ ਸਕਦੇ ਆ। ਤੇ ਤੁਹਾਨੂੰ ਇਸ ਦੇ ਨਾਲ ਵੀ ਰਿਲੇਟਡ ਕੁਐਸਚਨ ਹੈਗਾ ਆ ਕਿ ਜੇ ਤੁਹਾਨੂੰ ਇੱਕ ਸਟ੍ਰੈਂਡ ਦਾ DNA ਜਿਹੜਾ ਹੈਗਾ ਉਹਦਾ ਸੀਕੁਐਂਸ ਦਿੱਤਾ ਹੋਵੇ, ਸਟੂਡੈਂਟਸ ਇਹ ਵੀ ਤੁਹਾਡੀਆਂ ਬੁੱਕਸ ਦੇ ਵਿੱਚ ਹੈ ਕੁਐਸਚਨ ਕਿ ਜਿਵੇਂ ਤੁਹਾਨੂੰ ਇੱਕ ਸਟ੍ਰੈਂਡ ਆਫ DNA ਦਾ ਸੀਕੁਐਂਸ ਜਿਹੜਾ ਹੈਗਾ ਉਹ ਲਿਖਿਆ ਹੋਇਆ ਹੈਗਾ ਆ, ਇਹ ਕੁਝ ਵੀ ਤੁਸੀਂ ਲਿਖ ਸਕਦੇ ਹੋ GCTATAGC, this is 3N। ਇਸ ਤਰ੍ਹਾਂ ਤੁਹਾਨੂੰ ਦਿੱਤਾ ਹੋਇਆ ਤਾਂ ਤੁਸੀਂ ਦੂਸਰੇ ਸਟ੍ਰੈਂਡ ਦਾ ਸੀਕੁਐਂਸ ਲਿਖਣਾ ਆ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੇ ਬੇਸ ਪੇਅਰ ਦੇ ਕੰਪਲੀਮੈਂਟਰੀ ਕਿਹੜਾ ਬੇਸ ਹੈਗਾ ਹੈ ਜਿਹੜਾ ਦੂਸਰੇ ਬੇਸ ਦੇ ਨਾਲ ਆਪਣਾ ਪੇਅਰ ਬਣਾਉਂਦਾ ਹੈ। ਜਿਵੇਂ ਐਡੀਨਿਨ ਆਲਵੇਸ ਪੇਅਰਸ ਵਿਦ ਥਾਇਮਿਨ, ਥਾਇਮਿਨ ਪੇਅਰਸ ਵਿਦ ਐਡੀਨਿਨ, guanine with cytosine, cytosine with guanine, adenine, thymine, adenine, thymine, cytosine and guanine. This is 3N and this is 5N. So students ਤੁਹਾਨੂੰ ਜੇ ਇੱਕ ਸਟ੍ਰੈਂਡ ਦਾ ਸੀਕੁਐਂਸ ਦਿੱਤਾ ਹੋਵੇ ਤਾਂ ਤੁਸੀਂ ਬੜੇ ਆਸਾਨੀ ਦੇ ਨਾਲ ਜਿਹੜਾ ਹੈ ਦੂਸਰੇ ਸਟ੍ਰੈਂਡ ਦਾ ਸੀਕੁਐਂਸ ਆ ਲਿਖ ਸਕਦੇ ਆ ਤੇ ਤੁਸੀਂ ਜਿਹੜੀ ਪੋਲੈਰਿਟੀ ਹੈ ਉਹਦਾ ਵੀ ਧਿਆਨ ਰੱਖਣਾ ਆ। ਜੇ ਤੁਹਾਨੂੰ ਇੱਥੋਂ ਜਿਵੇਂ 5N to 3N ਹੈ ਤਾਂ ਤੁਸੀਂ ਕੰਪਲੀਮੈਂਟਰੀ ਸਟ੍ਰੈਂਡ ਜਿਹੜਾ ਹੈ ਉਹ 3N to 5N ਇਸ ਤਰ੍ਹਾਂ ਲਿਖਣਾ ਹੈਗਾ ਆ ਕਿਉਂਕਿ both strands ਜਿਹੜੇ ਹੈਗੇ ਆ they are complementary to, they are anti-parallel to each other। ਉਸ ਤੋਂ ਬਾਅਦ ਸਟੂਡੈਂਟਸ ਅਸੀਂ ਇਹ ਸਾਰਾ DNA ਦਾ ਸਟ੍ਰੈਂਡ ਦਾ ਪੋਲੀਨਿਊਕਲੀਓਟਾਈਡ ਵਗੈਰਾ ਡਿਸਕਸ ਕਰ ਲਿਆ ਆ। ਹੁਣ ਅੱਗੇ ਆ ਗਿਆ salient features of double helix structure of DNA। ਸਟੂਡੈਂਟਸ ਇਹ ਵੀ ਤੁਸੀਂ ਪੁਆਇੰਟਸ ਜਿਹੜੇ ਹੈਗੇ ਆ ਉਹ ਆਪਣੇ ਨੋਟ ਡਾਊਨ ਕਰ ਸਕਦੇ ਹੋ। salient features of double helix structure of DNA। DNA ਦੇ salient features students first point हैगा या कि it is made up of two polynucleotide chains, एक polynucleotide chain है, एक दूसरी polynucleotide chain है, and DNA double helical structure it is made up of two polynucleotide chains। ਜਿਹੜੀ backbone हैगी है it is made up of phosphate sugar group ਦੀ backbone ਜਿਹੜੀ हैगी ਉਹ बनी हुई है ਤੇ ਜਿਹੜੇ base pairs ਹੈਗੇ ਆ ਤੁਸੀਂ ਇੱਥੋਂ ਦੇਖ ਰਹੇ ਹੋ they project inside। second point ਕੀ ਹੈਗਾ the two chains have anti parallel polarity। ਦੋਨੋਂ chains ਜਿਹੜੀਆਂ ਹੈਗੀਆਂ ਆ ਉਹਨਾਂ ਦੀ polarity ਕੀ ਹੈਗੀ ਆ एंटी पैरेलल पोलैरिटी हैगी कि जे एक चेन है 5 to 3 एंड है तो दूसरी चेन की हैगी 3 to 5 एंड both the chains जड़ियां हैगियां या they have the anti parallel polarity। it means if one chain has the polarity 5 to 5 and to 3 end then the other chain has polarity 3 and to 5 end। ये anti parallel polarity ਦਾ मतलब है। थर्ड हैगा या the bases in the two strands are paired together through hydrogen bonds। ये hydrogen bonds हैगे हैं। adenine जड़ा हैगा या it forms pair with thymine by 2 hydrogen bonds and guanine pairs with cytosine by 3 hydrogen bonds। ये जड़े base pairs है आपस विच hydrogen bonds ਦੇ ਨਾਲ जुड़े हुए हैं। adenine हमेशा thymine ਦੇ ਨਾਲ double hydrogen bond ਨਾਲ जुड़िया है ਤੇ guanine जड़ा है it ਜਿਹੜਾ ਸਾਈਟੋਸਿਨ ਦੇ ਨਾਲ ਹੈਗਾ ਟ੍ਰਿਪਲ ਹਾਈਡਰੋਜਨ ਬੌਂਡ ਦੇ ਨਾਲ ਜੁੜਿਆ ਹੋਇਆ ਹੈਗਾ ਆ।
ਸੋ ਸਟੂਡੈਂਟਸ ਐਜ਼ ਅ ਰਿਜ਼ਲਟ ਜਿਹੜੇ ਪਿਊਰਿਨਸ ਹੈਗੇ ਆ ਦੇ ਆਲਵੇਜ਼ ਕਮਸ ਪਿਊਰਿਨਸ ਆਲਵੇਜ਼ ਕਮਸ opposite to the pyrimidines ਇਹਦੇ ਨਾਲ ਕੀ ਹੁੰਦਾ ਹੈ ਕਿ ਪਿਊਰਿਨਸ ਜਿਹੜੇ ਆ ਦੇ ਆਲਵੇਜ਼ ਕਮ opposite to the pyrimidines ਇਹਦੇ ਨਾਲ ਯੂਨੀਫਾਰਮ ਡਿਸਟੈਂਸ ਜਿਹੜਾ ਆ ਟੂ ਸਟ੍ਰੈਂਡਸ ਆਫ ਡੀਐਨਏ ਹੈਲਿਕਸ ਦੇ ਦੋਨੋਂ ਸਟ੍ਰੈਂਡਸ ਦੇ ਵਿਚਕਾਰ ਹਮੇਸ਼ਾ ਜਿਹੜਾ ਹੈਗਾ ਆ ਇੱਕ ਯੂਨੀਫਾਰਮ ਜਿਹੜਾ ਡਿਸਟੈਂਸ ਹੈਗਾ ਆ ਉਹ ਬਣਿਆ ਰਹਿੰਦਾ ਹੈਗਾ ਆ ਕਿਉਂਕਿ ਹਮੇਸ਼ਾ ਜਿਹੜਾ ਹੈਗਾ ਆ ਕਿ ਪਿਊਰਿਨਸ ਜਿਹੜੇ ਆ ਦੇ ਕਮਸ opposite to pyrimidines नेक्स्ट पॉइंट है स्टूडेंट्स ਇਹਦਾ ਡੀਐਨਏ ਡਬਲ ਹੈਲੀਕਲ ਸਟਰਕਚਰ ਦਾ ਸੇਲੀਐਂਟ ਫੀਚਰਸ ਦਾ ਜਿਹੜੇ ਟੂ ਚੇਨਸ ਹੈਗੇ ਦੇ ਆਰ ਕੋਇਲਡ ਇਨ ਅ ਰਾਈਟ ਹੈਂਡ ਫੈਸ਼ਨ ਜਿਹੜੀਆਂ ਦੋਨੋਂ ਚੇਨਸ ਹੈਗੀਆਂ ਆ ਇਹ ਆਪਸ ਦੇ ਵਿੱਚ ਹਮੇਸ਼ਾ ਰਾਈਟ ਹੈਂਡ ਫੈਸ਼ਨ ਦੇ ਵਿੱਚ ਇੱਕ ਦੂਸਰੇ ਦੇ ਨਾਲ ਕੋਇਲਡ ਹੈਗੀਆਂ ਆ ਦਾ ਪਿਚ ਆਫ ਦਾ ਹੈਲਿਕਸ ਹੁਣ ਜੇ ਸਟੂਡੈਂਟਸ ਮੈਂ ਇੱਥੇ ਡਰਾ ਕਰ ਰਹੀ ਹਾਂ ਡਬਲ ਹੈਲੀਕਲ ਸਟਰਕਚਰ ਆਫ ਡੀਐਨਏ ਇਹ ਦੋਨੋਂ ਸ਼ੂਗਰ ਫਾਸਫੇਟ ਗਰੁੱਪ ਦੀਆਂ ਬਣੀਆਂ ਇਹ ਨਾਈਟ੍ਰੋਜੀਨੀਅਸ ਬੇਸਿਸ ਹੈਗੀ ਆ ਪ੍ਰੋਜੈਕਟ ਇਨਵਰਸ ਔਰ ਜਿਹੜਾ ਇੱਕ ਸਟ੍ਰੈਂਡ ਹੈਗਾ ਆ ਇੱਕ ਪਿਚ ਹੈਗਾ ਆ ਡੀਐਨਏ ਹੈਲਿਕਸ ਦਾ that is 3.4 ਨੈਨੋਮੀਟਰ ਹੈਗਾ ਆ ਔਰ ਐਂਡ ਦੇ ਆਰ ਰਫਲੀ ਉਹਨਾਂ ਦੇ ਵਿੱਚ ਕਿੰਨੇ ਹੁੰਦੇ ਰਫਲੀ 10 ਬੇਸ ਪੇਅਰਸ ਹੁੰਦੇ ਆ ਇੱਕ ਪਿਚ 3.4 ਨੈਨੋਮੀਟਰ ਹੈਗਾ ਆ डिस्टेंस ते ओदे विचकार 10 बेस पेयर्स ਹੁੰਦੇ ਹੈਗੇ ਆ ਕਨਸੀਕੁਐਂਟਲੀ ਔਰ ਹਰ ਇੱਕ ਬੇਸ ਪੇਅਰ ਜਿਹੜਾ ਹੈਗਾ ਆ ਉਹਦੇ ਵਿਚਕਾਰ ਡਿਸਟੈਂਸ ਕਿੰਨਾ ਹੁੰਦਾ ਆ 0.3 ਨੈਨੋਮੀਟਰ ਸਟੂਡੈਂਟਸ ਡਬਲ ਹੈਲੀਕਲ ਜਿਹੜੀਆਂ ਟੂ ਚੇਨਸ ਡੀਐਨਏ ਦੀਆਂ ਦੇ ਆਰ ਕੋਇਲਡ ਇਨ ਅ ਰਾਈਟ ਹੈਂਡਡ ਫੈਸ਼ਨ pitch of the helix is 3.4 nanometer ਹੈਗਾ ਆ and there are roughly 10 base pairs in each turn ਔਰ ਦੋ base pairs ਦੇ ਵਿਚਕਾਰ distance ਜਿਹੜਾ ਆ 0.34 nanometer ਜਿਹੜਾ ਹੈਗਾ ਆ ਉਹ distance ਹੁੰਦਾ ਹੈ ਸਟੂਡੈਂਟ ਤੁਸੀਂ ਇਹ ਵੀ ਨੋਟ ਡਾਊਨ ਕਰ ਸਕਦੇ ਹੋ 1 nanometer is equal to 10 raised to power 9 meter फिफ्थ पॉइंट हैगा या द प्लेन ऑफ वन बेस पेयर स्टैक्स ओवर द अदर जिवें पौड़ियां नहीं हुंदियां एक दे उत्ते एक है इसी तरह ही बेस पेयर्स जिहड़े हैगे आ एक द प्लेन ऑफ वन बेस पेयर स्टैक्स ओवर द अदर इन द डबल हेलिक्स ਇਹਦੇ ਨਾਲ ਕੀ ਹੈਗਾ ਕਿ ਜਿਹੜਾ ਡੀਐਨਏ ਦਾ ਡਬਲ ਹੈਲੀਕਲ ਸਟਰਕਚਰ ਹੈਗਾ ਆ ਉਹਨੂੰ ਸਟੇਬਿਲਿਟੀ ਮਿਲਦੀ ਹੈ ਇੱਕ ਤਾਂ ਹਾਈਡਰੋਜਨ ਬੌਂਡ ਜਿਹੜੇ ਹੈਗੇ ਉਹਨਾਂ ਦੇ ਨਾਲ ਸਟੇਬਿਲਿਟੀ ਮਿਲਦੀ ਹੈ ਤੇ ਇੱਕ ਜਿਹੜਾ ਡਬਲ ਜਿਹੜੇ ਬੇਸ ਪੇਅਰਸ ਹੈਗੇ ਆ ਉਹ ਇੱਕ ਦੂਸਰੇ ਦੇ ਉੱਪਰ ਇਸ ਤਰ੍ਹਾਂ ਸਟੈਕ ਹੈ ਉਹਦੇ ਨਾਲ ਵੀ ਡੀਐਨਏ ਜਿਹੜਾ ਹੈਲੀਕਲ ਸਟਰਕਚਰ ਹੈ ਉਹਨੂੰ ਸਟੇਬਿਲਿਟੀ ਮਿਲਦੀ ਹੈਗੀ ਆ ਸੋ ਸਟੂਡੈਂਟ ਦਿਸ ਇਜ਼ ਆਲ ਅਬਾਊਟ ਦਾ ਸਟਰਕਚਰ ਆਫ ਡੀਐਨਏ ਨਿਊਕਲੀਓਸਾਈਡ ਨਿਊਕਲੀਓਟਾਈਡ ਐਂਡ ਪੋਲੀਨਿਊਕਲੀਓਟਾਈਡਸ ਜਿਹੜੀਆਂ ਚੇਨਸ ਹੈਗੀਆਂ ਅਸੀਂ ਉਹ ਡਿਸਕਸ ਕੀਤੀਆਂ ਐਂਡ ਦੈਨ ਵੀ ਡਿਸਕਸ ਅਬਾਊਟ ਦਾ ਇਰਵਿਨ ਚਾਰਗਾਫਸ ਰੂਲ ਐਂਡ ਦੈਨ ਵੀ ਡਿਸਕਸ ਅਬਾਊਟ ਦਾ ਸੇਲੀਐਂਟ ਫੀਚਰਸ ਆਫ ਡੀਐਨਏ ਡਬਲ ਹੈਲੀਕਲ ਸਟਰਕਚਰ I hope students ਤੁਹਾਨੂੰ ਇਹ ਅੱਜ ਦਾ ਟੌਪਿਕ ਕਲੀਅਰ ਹੋ ਗਿਆ ਹੋਵੇਗਾ ਥੈਂਕ ਯੂ ਸੋ ਮਚ